ਭੂਰਿਆਂ ਵਾਲੇ ਰਾਜੇ ਕੀਤੇ। ਭਾਗ 29। ਭਾਈ ਤਾਰਾ ਸਿੰਘ ਵਾਂ ਦੀ ਸ਼ਹੀਦੀ ਦਾ ਸਿੰਘਾਂ ਵੱਲੋਂ ਪ੍ਰਤੀਕਰਮ। ਸ਼ਾਹੀ ਖਜ਼ਾਨੇ ਦੀ ਲੁੱਟ। ਹਿੰਦੂ ਸੌਦਾਗਰ ਦਾ ਲੁੱਟਿਆ ਮਾਲ ਵਾਪਸ ਕੀਤਾ। ਸਿੰਘਣੀਆਂ ਨੇ ਫੌਜ ਅੱਗੇ ਲਾ ਲਈ ਅਤੇ ਜ਼ਕਰੀਆ ਖਾਨ ਵੀ ਸਿੰਘਾਂ ਨੂੰ ਦਬਾਉਣ 'ਚ ਅਸਫਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਹੌਰੀ ਫੌਜਾਂ ਦੇ ਭਾਈ ਤਾਰਾ ਸਿੰਘ ਵਾਂ ਉੱਤੇ ਹਮਲੇ। ਸਾਰਾ ਦਿਨ ਘਮਸਾਨ ਦੀ ਲੜਾਈ। 21 ਸਿੰਘਾਂ ਨਾਲ ਭਾਈ ਤਾਰਾ ਸਿੰਘ ਵਾਂ ਦੀ ਸ਼ਹਾਦਤ ਤੇ ਉਹਨਾਂ ਦੇ ਵਾੜੇ ਨੂੰ ਤਬਾਹ ਕਰਨ ਦੀ ਖਬਰ ਪੰਜਾਬ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। ਦੂਰ ਨੇੜੇ ਜਿੱਥੇ ਜਿੱਥੇ ਸਿੱਖ ਆਪਣੇ ਘੋਰਨਿਆਂ ਵਿੱਚ ਬੈਠੇ ਸਨ, ਉਹਨਾਂ ਨੇ ਜਦ ਇਸ ਸਾਕੇ ਦੀ ਖਬਰ ਸੁਣੀ ਤਾਂ ਬਹੁਤ ਰੋਹ ਚੜ੍ਹਿਆ। ਭਾਈ ਤਾਰਾ ਸਿੰਘ ਦਾ ਸਿੱਖਾਂ ਵਿੱਚ ਬੜਾ ਮਾਣ ਸਤਿਕਾਰ ਸੀ। ਸਿੱਖ ਉਹਨਾਂ ਨੂੰ ਪੂਜਨੀਕ ਹਸਤੀ ਸਮਝਦੇ ਸਨ। ਜ਼ਕਰੀਆ ਖਾਨ ਫੌਜ ਨੂੰ ਉਹਨਾਂ ਤੇ ਚੜ੍ਹਾ ਕੇ ਅਜਿਹਾ ਨੀਚ ਕਾਰਾ ਕਰੇ, ਸਿੰਘ ਕਿਵੇਂ ਜਰ ਸਕਦੇ ਸਨ। ਖਾਲਸਾ ਪੰਥ ਭੜਕ ਉੱਠਿਆ ਤੇ ਹਜ਼ਾਰਾਂ ਸਿੰਘ ਗੁਰਮਤਾ ਕਰਨ ਲਈ ਅੰਮ੍ਰਿਤਸਰ ਆਣ ਇਕੱਠੇ ਹੋਏ। ਸਾਰਿਆਂ ਮਿਲ ਕੇ ਇਹ ਫੈਸਲਾ ਕੀਤਾ ਕਿ ਮੁਗਲ ਰਾਜ ਲਈ ਕਿਆਮਤ ਖੜੀ ਕਰ ਦਿੱਤੀ ਜਾਵੇ। ਜ਼ਕਰੀਆ ਖਾਨ ਦੇ ਹਮਾਇਤੀਆਂ, ਜ਼ਿਮੀਂਦਾਰਾਂ, ਸਰਕਾਰ ਦੇ ਖੈਰ ਖਾਹਾਂ, ਮੁਖਬਰਾਂ, ਚੁਗਲਾਂ, ਮੁਲਾਣਿਆਂ ਤੇ ਕਾਜ਼ੀਆਂ ਦੀ ਤਬਾਹੀ ਕੀਤੀ ਜਾਵੇ। ਦੇਸ਼ ਵਿੱਚ ਲੁੱਟਮਾਰ ਜ਼ੋਰਾਂ ਤੇ ਕੀਤੀ ਜਾਵੇ ਤੇ ਕਿਸੇ ਵੀ ਸਰਕਾਰ ਪੱਖੀ ਨੂੰ ਬਖਸ਼ਿਆ ਨਾ ਜਾਵੇ। ਲਾਹੌਰ ਤੇ ਦਿੱਲੀ ਵੱਲ ਨੂੰ ਜਾਂਦੇ ਸ਼ਾਹੀ ਖਜ਼ਾਨਿਆਂ ਤੇ ਹੱਥ ਸਾਫ਼ ਕੀਤਾ ਜਾਵੇ। ਸ਼ਾਹੀ ਸਾਜੋ ਸਮਾਨ, ਖਾਸ ਕਰ ਘੋੜਿਆਂ ਦੇ ਸੌਦਾਗਰਾਂ ਦੇ ਕਾਫਲੇ ਕਸ਼ਮੀਰ, ਕਾਬਲ ਤੇ ਕੰਧਾਰ ਵੱਲੋਂ ਆਉਂਦੇ ਤੇ ਇੱਧਰ ਜਾਂਦੇ ਕਾਫਲੇ ਸੁੱਕੇ ਨਾ ਛੱਡੇ ਜਾਣ। 200 ਤੋਂ ਲੈ ਕੇ 300 ਤੱਕ ਦੇ ਅੱਡੋ ਅੱਡ ਜਥੇ ਬਣਾ ਕੇ ਸਿੰਘ ਚੁਫੇਰੇ ਇਲਾਕਿਆਂ ਵਿੱਚ ਖਿਲਰ ਗਏ। ਛੋਟੇ ਜਥਿਆਂ ਨੇ ਪਿੰਡਾਂ ਤੇ ਕਸਬਿਆਂ ਵਿੱਚ ਹੇਠਲੀ ਉੱਤੇ ਲਿਆ ਦਿੱਤੀ। ਮੁਲਾਣੇ ਪਿੰਡ ਤੇ ਕਸਬੇ ਛੱਡ ਨਜ਼ਦੀਕ ਦੇ ਸ਼ਹਿਰਾਂ ਵਿੱਚ ਜਾ ਵੜੇ। ਜੋ ਕਾਬੂ ਆਏ ਮੌਤ ਦੇ ਘਾਟ ਉਤਾਰੇ ਗਏ। ਸਾਰੇ ਦੇਸ਼ ਵਿੱਚ ਰਾਮ ਰੌਲਾ ਮਚ ਗਿਆ। ਉਧਰੋਂ ਜ਼ਕਰੀਆ ਖਾਨ ਵੱਲੋਂ ਚਾੜੀ ਗਸ਼ਤੀ ਫੌਜ ਥਾਂ ਥਾਂ ਸਿੰਘਾਂ ਦੀ ਭਾਲ ਵਿੱਚ ਫਿਰ ਰਹੀ ਸੀ। ਕਿਤੇ ਸਿੰਘ ਅੱਗੇ ਅੱਗੇ, ਕਿਤੇ ਫੌਜ ਅੱਗੇ ਅੱਗੇ। ਸ਼ਾਹੀ ਖਜ਼ਾਨੇ ਦੀ ਲੁੱਟ। ਸਿੰਘਾਂ ਨੂੰ ਸੂਹ ਮਿਲੀ ਕਿ ਮੁਲਤਾਨ ਤੋਂ ਸ਼ਾਹੀ ਖਜ਼ਾਨਾ ਦਿੱਲੀ ਨੂੰ ਜਾ ਰਿਹਾ ਹੈ। ਫੌਰਨ ਅੱਗੇ ਵੱਧ ਕੇ ਖੁੰਡੀਆਂ ਜ਼ਿਲ੍ਹਾ ਲਾਹੌਰ ਲਾਗੇ ਘੇਰ ਲਿਆ। ਰਾਖੀ ਲਈ ਜੋ ਸ਼ਾਹੀ ਦਸਤਾ ਨਾਲ ਸੀ, ਉਸ ਚੋਂ ਬਹੁਤਾ ਮਾਰਿਆ ਗਿਆ, ਬਾਕੀ ਭੱਜ ਨਿਕਲਿਆ। ਘੋੜੇ ਤੇ ਹਥਿਆਰਾਂ ਤੋਂ ਬਿਨਾਂ 4 ਲੱਖ ਦੇ ਕਰੀਬ ਖਜ਼ਾਨਾ ਸਿੰਘਾਂ ਦੇ ਹੱਥ ਲੱਗਾ। ਇਸ ਵਿੱਚੋਂ ਕੁਝ ਤਾਂ ਗੁਰੂ ਕੇ ਲੰਗਰ ਵਾਸਤੇ ਅੰਮ੍ਰਿਤਸਰ ਭਾਈ ਮਨੀ ਸਿੰਘ ਪਹੁੰਚਾ ਦਿੱਤਾ ਤੇ ਬਾਕੀ ਸਿੰਘਾਂ ਵਿੱਚ ਵੰਡ ਦਿੱਤਾ ਗਿਆ। ਚਵਿੰਡੇ ਦੀ ਤਹਿਸੀਲ ਦਾ ਸ਼ਾਹੀ ਮਾਮਲਾ ਇਕੱਠਾ ਹੋ ਕੇ ਲਾਹੌਰ ਨੂੰ ਜਾ ਰਿਹਾ ਸੀ। ਸਿੰਘਾਂ ਸਾਰਾ ਖਜ਼ਾਨਾ ਖੋਹ ਕੇ ਲੋੜਵੰਦਾਂ ਵਿੱਚ ਵੰਡ ਦਿੱਤਾ। ਰਾਖੀਆਂ ਨੇ ਅੱਗੋਂ ਅਜਾਮਤ ਭਾਵ ਰੋਕਥਾਮ ਨਹੀਂ ਸੀ ਕੀਤੀ, ਸੋ ਉਹਨਾਂ ਤੋਂ ਹਥਿਆਰ ਘੋੜੇ ਲੈ ਕੇ ਉਹਨਾਂ ਨੂੰ ਛੱਡ ਦਿੱਤਾ। ਗਸ਼ਤੀ ਫੌਜ ਨੂੰ ਜਦ ਚਵਿੰਡੇ ਦੀ ਘਟਨਾ ਦਾ ਪਤਾ ਲੱਗਾ ਤਾਂ ਉਹ ਉਸ ਪਾਸੇ ਗਈ। ਇੱਧਰ ਦੂਜੇ ਬੰਨੇ ਸਰਦਾਰ ਦਰਬਾਰਾ ਸਿੰਘ, ਸਰਦਾਰ ਫਤਿਹ ਸਿੰਘ ਤੇ ਸਰਦਾਰ ਖੜਕ ਸਿੰਘ ਆਦਿ ਜਥੇਦਾਰਾਂ ਨੇ ਚੂਣੀਆਂ ਪਰਗਣਾ ਕਸੂਰ ਦਾ ਜਮਾਸ਼ੁਦਾ ਮਾਮਲਾ ਜੋ ਲਾਹੌਰ ਨੂੰ ਜਾ ਰਿਹਾ ਸੀ, ਪਿੰਡ ਕਾਨੇ ਕਾਸ਼ੇ ਪਾਸ ਜਾ ਘੇਰਿਆ। ਇਹ ਰਾਤ ਦੇ ਸਮੇਂ ਦਾ ਸ਼ਬ ਖੂਨ ਸੀ। ਬਹੁਤ ਸਾਰੇ ਸ਼ਾਹੀ ਰਾਖੇ ਮਾਰੇ ਗਏ, ਕੁਝ ਜ਼ਖਮੀ ਹੋਏ, ਬਾਕੀ ਜਿੱਧਰ ਨੂੰ ਰਾਹ ਲੱਭਾ ਜਾਨ ਬਚਾਉਣ ਲਈ ਨੱਸ ਗਏ। ਖਜ਼ਾਨਾ, ਹਥਿਆਰ ਤੇ ਘੋੜੇ ਕਬਜ਼ੇ ਕਰਕੇ ਸਿੰਘ ਸਾਂਦਲਬਾਰ ਦੇ ਜੰਗਲਾਂ ਵਿੱਚ ਜਾ ਵੜੇ। ਇਸੇ ਸਮੇਂ ਖਬਰ ਮਿਲੀ ਕਿ ਮੁਰਤਜ਼ਾ ਖਾਂ ਕੰਧਾਰੀ ਮਸ਼ਹੂਰ ਸੌਦਾਗਰ ਘੋੜੇ ਲੈ ਕੇ ਦਿੱਲੀ ਨੂੰ ਜਾ ਰਿਹਾ ਸੀ। ਇਹ ਜੰਡਿਆਲੇ ਨਜ਼ਦੀਕ ਪੁੱਜਾ ਸੀ ਕਿ ਸਿੰਘਾਂ ਇਸ ਕਾਫਲੇ ਨੂੰ ਘੇਰ ਲਿਆ। ਸੌਦਾਗਰ ਆਪ ਤਾਂ ਘਾਹ ਦੀਆਂ ਪੰਡਾਂ ਵਿੱਚ ਲੁੱਕ ਕੇ ਬਚਿਆ ਤੇ ਸਾਥੀ ਜੋ ਅੜੇ ਮਾਰੇ ਗਏ, ਬਾਕੀ ਦੇ ਨੱਠ ਗਏ। ਸਿੰਘ ਘੋੜੇ ਤੇ ਮਾਲ ਅਸਬਾਬ ਲੈ ਕੇ ਬੰਡਾਲੇ ਦੀ ਬੀੜ ਵਿੱਚ ਜਾ ਵੜੇ। ਸਵੇਰੇ ਜੰਡਿਆਲੇ ਦੇ ਮਹੰਤ ਆਕਲਦਾਸ ਨੇ ਸੌਦਾਗਰ ਨੂੰ ਘਾਹ ਚੋਂ ਕੱਢ ਕੇ ਲਾਹੌਰ ਪਹੁੰਚਾਇਆ। ਇਸੇ ਸਾਲ ਜ਼ਾਫਰ ਖਾਂ 10 ਹਜ਼ਾਰੀ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਦਾ ਸਾਲਾ ਆਪਣੇ ਟੱਬਰ ਕਬੀਲੇ ਸਮੇਤ ਕਾਬਲ ਵੱਲੋਂ ਦਿੱਲੀ ਨੂੰ ਜਾ ਰਿਹਾ ਸੀ। ਬਾਘ ਸਿੰਘ ਹਲੋਵਾਲੀਏ ਨੂੰ ਇਸ ਦੀ ਟੋਹ ਮਿਲ ਗਈ। ਉਸ ਨੇ ਇਸ ਦਾ ਸ਼ਿਕਾਰ ਗੋਂਦਵਾਲ ਦੇ ਪੱਤਣ ਤੇ ਜਾ ਖੇਡਿਆ।
ਹਿੰਦੂ ਸੌਦਾਗਰ ਦਾ ਲੁੱਟਿਆ ਮਾਲ ਵਾਪਸ ਕੀਤਾ। ਸਿੱਖ ਮੁਲਕ ਵਿੱਚ ਮਿੱਥ ਕੇ ਲੁੱਟ-ਮਾਰ ਕਰ ਰਹੇ ਸਨ, ਪਰ ਇਹ ਆਮ ਲੁੱਟ-ਮਾਰ ਵਰਗੀ ਨਹੀਂ ਸੀ ਜਿਸ ਵਿੱਚ ਹਰ ਕੋਈ ਲੁੱਟ ਦੀ ਲਪੇਟ ਵਿੱਚ ਆ ਜਾਂਦਾ ਹੈ। ਉਦੋਂ ਸਿੱਖ ਸ਼ਾਹੀ ਫੌਜ, ਸਰਕਾਰੀ ਖਜ਼ਾਨੇ, ਰਸਤ ਪੱਠੇ ਦੇ ਸਰਕਾਰੀ ਜ਼ਖੀਰੇ, ਸਰਕਾਰੀ ਹਮਾਇਤੀ ਜ਼ਿਮੀਂਦਾਰਾਂ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਸਨ ਛੇੜਦੇ। ਹਾਂ, ਜਦ ਕੋਈ ਕਾਜ਼ੀ ਮੁਲਾਣੇ ਅੜਿੱਕੇ ਆ ਜਾਣ, ਉਹਨਾਂ ਨੂੰ ਇਨਸਾਨ ਦਾ ਪੁੱਤ ਬਣਾਉਣ ਲਈ ਜ਼ਿੰਦਗੀ ਵਿੱਚ ਕੰਮ ਆਉਣ ਵਾਲੇ ਸਬਕ ਜ਼ਰੂਰ ਪੜ੍ਹਾ ਦਿੰਦੇ ਸਨ। ਇਸ ਰਾਮ ਰੌਲੇ ਵਿੱਚ ਜੇ ਕੋਈ ਬੇਦੋਸ਼ਾ ਲੁੱਟਿਆ ਜਾਂਦਾ ਤਾਂ ਪਤਾ ਲੱਗਣ ਤੇ ਉਸ ਦਾ ਮਾਲ ਵਾਪਸ ਮੋੜ ਦਿੱਤਾ ਜਾਂਦਾ, ਜਿਵੇਂ ਕਿ ਸ੍ਰੀ ਹਰਗੋਬਿੰਦਪੁਰ ਪਾਸ ਪ੍ਰਤਾਪ ਚੰਦ ਖੱਤਰੀ ਸਿਆਲਕੋਟੀਏ ਸੌਦਾਗਰ ਦਾ ਲੁੱਟਿਆ ਮਾਲ ਵਾਪਸ ਕਰ ਦਿੱਤਾ ਸੀ। ਇਹ ਕਸ਼ਮੀਰ ਤੋਂ ਲਾਹੌਰ ਵੱਲ ਦੀ ਹੋ ਕੇ ਦਿੱਲੀ ਨੂੰ ਜਾ ਰਿਹਾ ਸੀ। ਊਠਾਂ ਉੱਤੇ ਖੁਸ਼ਕ ਮੇਵੇ ਤੇ ਪਸ਼ਮੀਨੇ ਦੇ ਥਾਨ ਲੱਦੇ ਹੋਏ ਸਨ। ਸਾਰਾ ਕਾਫਲਾ ਮਾਂਜ ਸੁੱਟਿਆ, ਪਰ ਜਦ ਪਤਾ ਲੱਗਾ ਕਿ ਸਰਕਾਰੀ ਕਾਫਲਾ ਨਹੀਂ ਸਗੋਂ ਇੱਕ ਹਿੰਦੂ ਦਾ ਹੈ ਤਾਂ ਸਾਰਾ ਮਾਲ ਇਕੱਠਾ ਕਰਕੇ ਉਸ ਨੂੰ ਮੋੜ ਦਿੱਤਾ। ਇਹੋ ਜਿਹੀਆਂ ਕਈ ਘਟਨਾਵਾਂ ਵਾਪਰੀਆਂ। ਯਾਦ ਰਹੇ ਕਿ ਉਹ ਕੜਾਕੇ ਦੀ ਠੰਡ ਦੇ ਸਿਆਲੀ ਦਿਨ ਸਨ। ਇੱਕ ਭੂਰੀ ਪਾਸ ਤੇ 8-8, 16-16 ਪਹਿਰਾਂ ਦੇ ਕੜਾਕੇ ਕੱਟਣ ਵਾਲੇ ਸਭ ਕੁਝ ਸਰੀਰ ਤੇ ਝੱਲ ਲੈਂਦੇ, ਪਰ ਆਪਣੇ ਉੱਚੇ ਤੇ ਸੁੱਚੇ ਆਚਰਣ ਨੂੰ ਆਂਚ ਨਾ ਆਉਣ ਦਿੰਦੇ। ਅੱਤ ਦੀ ਠੰਡ ਵਿੱਚ ਐਸਾ ਮਾਲ ਹੱਥ ਆਇਆ ਕੌਣ ਛੱਡਦਾ ਏ? ਪਰ ਵਾਰੇ ਸਿੱਖ ਕਿਰਦਾਰ ਸਬਰ ਸੰਤੋਖ ਦੀਆਂ ਉਹ ਮਿਸਾਲਾਂ ਕਾਇਮ ਕਰ ਦਿੱਤੀਆਂ ਜਿਨ੍ਹਾਂ ਨੂੰ ਫਿਰ ਕੋਈ ਦੁਹਰਾ ਨਾ ਸਕਿਆ। ਜ਼ਕਰੀਆ ਖਾਨ ਦੀ ਸਰਕਾਰ ਬੌਂਦਲੀ ਪਈ ਸੀ ਕਿ ਜਿਨ੍ਹਾਂ ਸਿੱਖਾਂ ਨੂੰ ਉਹਨਾਂ ਮਾਰ-ਮਾਰ ਕੇ ਪੰਜਾਬੋਂ ਬਾਹਰ ਤੱਕ ਦਿੱਤਾ ਹੈ, ਉਹ ਕਿੱਥੋਂ ਆ ਗਏ ਹਨ। ਉਹਨਾਂ ਦਿਨਾਂ ਵਿੱਚ ਸਾਰੇ ਦੇਸ਼ ਵਿੱਚ ਛੋਟੇ ਵੱਡੇ ਜਥੇ ਮਾਰੋ ਮਾਰ ਕਰਦੇ ਫਿਰਦੇ ਸਨ। ਰਾਤ ਨੂੰ ਸ਼ਾਹੀ ਫੌਜ ਵਿੱਚ ਤਰਥੱਲੀ ਮਚਾਈ ਰੱਖਦੇ, ਦਿਨੇ ਘਾਹ, ਜਲ, ਜੰਗਲ ਵੇਖ ਕੇ ਗੁਜ਼ਾਰਾ ਕਰਦੇ। ਲੁੱਟਦੇ ਮਾਲ ਦਾ ਮਲੀਦਾ ਕੁੱਟ-ਕੁੱਟ ਆਪ ਛਕਦੇ ਤੇ ਆਪਣੇ ਘੋੜਿਆਂ ਨੂੰ ਵੀ ਖਵਾਉਂਦੇ ਤੇ ਸੰਘਣੀਆਂ ਛਾਵਾਂ ਵਿੱਚ ਸੌਂ ਰਹਿੰਦੇ। ਜਦ ਕੁਝ ਨਾ ਮਿਲਦਾ ਤਾਂ ਸ਼ਿਕਾਰ ਖੇਡਦੇ ਤੇ ਮਨ ਭਾਉਂਦਾ ਡੰਗ ਟਪਾਉਂਦੇ। ਆਪ ਭਾਵੇਂ ਫਾਕੇ ਕੱਟ ਲੈਣ, ਪਰ ਆਪਣੇ ਅਰਾਕਿਆਂ ਘੋੜਿਆਂ ਦਾ ਪੂਰਾ ਖਿਆਲ ਰੱਖਦੇ ਤੇ ਉਹਨਾਂ ਦੀ ਖੂਬ ਟਹਿਲ ਕਰਦੇ। ਉਹਨਾਂ ਦੇ ਘੋੜੇ ਵੀ ਉਹਨਾਂ ਵਾਂਗ ਸਖਤ ਜਾਨ ਸਨ। 80-80, 100-100 ਕੋਹ ਦੀ ਮੰਜ਼ਲ ਮਾਰ ਜਾਂਦੇ। ਮਗਰ ਪੈ ਕੇ ਗਸ਼ਤੀ ਫੌਜ ਉਹਨਾਂ ਨੂੰ ਨਹੀਂ ਸੀ ਮਿਲ ਸਕਦੀ। ਜੇ ਕਿਤੇ ਘਿਰ ਜਾਂਦੇ ਤਾਂ ਤੇਗਾਂ ਨੇਜੇ ਵਹਾਉਂਦੇ ਹੋਏ ਇੱਕ ਬਾਹੀ ਚੀਰ ਪਾੜ ਕੇ ਨਿਕਲ ਜਾਂਦੇ। ਜੰਗਲਾਂ ਵਿੱਚ ਤਾਂ ਸਿੰਘ ਗਸ਼ਤੀ ਫੌਜ ਦੇ ਕਾਬੂ ਨਹੀਂ ਸਨ ਆਉਂਦੇ, ਕਿਉਂਕਿ ਰਾਹਾਂ ਟਿਕਾਣਿਆਂ ਦੇ ਭੇਤੀ ਸਨ। ਸ਼ਾਹੀ ਫੌਜ ਨੂੰ ਜੰਗਲਾਂ ਵਿੱਚ ਵੜਨਾ ਮੌਤ ਵਿਖਾਲੀ ਦਿੰਦੀ ਸੀ। ਸਿੰਘਾਂ ਨੂੰ ਠੱਲ ਨਾ ਪੈਂਦੀ ਵੇਖ ਕੇ ਖਾਨ ਬਹਾਦਰ ਜ਼ਕਰੀਆ ਖਾਨ ਨੇ ਗਸ਼ਤੀ ਫੌਜ ਬਹੁਤ ਵਧਾ ਦਿੱਤੀ ਤੇ ਨਾਲ ਹੀ ਸਿੱਖਾਂ ਵਿਰੁੱਧ ਹੁਕਮ ਹੋਰ ਜ਼ਿਆਦਾ ਸਖਤ ਕਰ ਦਿੱਤੇ। ਚਵਿੰਡੇ ਵਿੱਚ ਸਿੰਘਣੀਆਂ ਨੇ ਫੌਜ ਅੱਗੇ ਲਾ ਲਈ। ਚਵਿੰਡੇ ਦੇ ਜਥੇਦਾਰ ਬਹਾਦਰ ਸਿੰਘ ਦੇ ਪੁੱਤਰ ਦਾ ਵਿਆਹ ਸੀ ਤੇ ਇਸ ਮੌਕੇ ਤੇ ਬਹੁਤ ਸਾਰੇ ਸਿੰਘ ਇਕੱਠੇ ਹੋਏ ਸਨ। ਬਹੁਤ ਸਾਰੇ ਸਿੰਘ ਜੰਜ ਚੜ ਗਏ ਤੇ ਬਾਕੀ ਥੋੜੇ ਜਿਹੇ ਪਿੱਛੇ ਰਹੇ। ਲਾਗਲੇ ਪਿੰਡ ਮਾੜੀ ਦੇ ਮੁਖਬਰ ਥਾਣੇ ਇਤਲਾਹ ਦੇ ਕੇ ਫੌਜ ਦਾ ਦਸਤਾ ਚੜਾ ਲਿਆਏ। ਫੌਜ ਨੇ ਆ ਕੇ ਪਿੰਡ ਨੂੰ ਘੇਰ ਲਿਆ ਤੇ ਸਿੰਘਾਂ ਨੂੰ ਫੜਨਾ ਚਾਹਿਆ। ਉਹ ਕਦ ਕਾਬੂ ਆਉਣ ਵਾਲੇ ਸਨ। 30 ਕੋ ਬੰਦੇ ਫੌਜ ਦੇ ਮਾਰ ਕੇ ਤੇ ਇੰਨੇ ਕੋ ਜ਼ਖਮੀ ਕਰਕੇ ਘੇਰਾ ਤੋੜ ਕੇ ਨਿਕਲ ਗਏ। ਫੌਜ ਨੂੰ ਬੜੀ ਚਿੱਪ ਚੜੀ। ਜਦ ਸਿੰਘਾਂ ਦੇ ਬਾਲ ਬੱਚੇ ਨੂੰ ਹੱਥ ਪਾਉਣ ਲੱਗੇ ਤਾਂ ਜੋ ਵਿਆਹ ਵਾਲੇ ਘਰ ਵਿੱਚ ਬਹੁਤ ਸਾਰੀਆਂ ਜਨਾਨੀਆਂ ਇਕੱਠੀਆਂ ਹੋ ਰਹੀਆਂ ਸਨ, ਉਹਨਾਂ ਸੋਟੇ ਤੇ ਇੱਟ ਵੱਟਾ ਫੜ ਲਿਆ। ਉਹਨਾਂ ਨੂੰ ਵੇਖ ਕੇ ਹੋਰ ਜੱਟੀਆਂ ਵੀ ਸੋਟੇ, ਸਲੰਗਾਂ ਜੋ ਜਿਸ ਦੇ ਹੱਥ ਆਇਆ ਫੜ ਕੇ ਉੱਠ ਪਈਆਂ। ਮਾਰ-ਮਾਰ ਕੇ ਫੌਜ ਨੂੰ ਅੱਗੇ ਲਾ ਲਿਆ ਤੇ ਪਿੰਡੋਂ ਦੂਰ ਕੱਢ ਆਈਆਂ। ਇਹੋ ਜਿਹੀਆਂ ਝੜਪਾਂ ਅਨੇਕਾਂ ਪਿੰਡਾਂ ਵਿੱਚ ਨਿੱਤ ਹੁੰਦੀਆਂ ਰਹਿੰਦੀਆਂ ਸਨ। ਰਾਮੇ ਰੰਧਾਵੇ ਨੇ ਸਿੰਘ ਮਾਰ ਕੇ ਇਨਾਮ ਲਏ। ਪੜੋਲ ਕਠੂਏ ਵੱਲੋਂ 20 ਕੋ ਸਿੰਘ ਅੰਮ੍ਰਿਤਸਰ ਨੂੰ ਦਰਸ਼ਨ ਕਰਨ ਲਈ ਆ ਰਹੇ ਸਨ। ਇਹ ਰਾਤ ਕੱਟਣ ਲਈ ਪਿੰਡ ਘਣੀਏ ਕੇ ਰੰਧਾਵਿਆਂ ਦੇ ਆਣ ਉਤਰੇ। ਰਾਮੇ ਰੰਧਾਵੇ ਨੂੰ ਇਹਨਾਂ ਦੀ ਖਬਰ ਕਿਸੇ ਜਾ ਪਹੁੰਚਾਈ। ਰਾਮਾ ਰੰਧਾਵਾ ਇਸ ਤੱਪੇ ਦਾ ਚੌਧਰੀ, ਸਰਕਾਰ ਦਾ ਹਮਦਰਦ, ਵੱਡਾ ਚੁਗਲ ਤੇ ਸਿੱਖਾਂ ਦਾ ਪੁੱਜ ਕੇ ਵੈਰੀ ਫੌਜ ਚੜਾ ਕੇ ਲੈ ਆਇਆ। ਚੌਧਰੀ ਰਾਮੇ ਦਾ ਫੌਜੀ ਦਸਤਾ ਕਾਫੀ ਗਿਣਤੀ ਵਿੱਚ ਸੀ। ਸਿੰਘਾਂ ਨੇ ਡਟ ਕੇ ਟਾਕਰਾ ਕੀਤਾ ਤੇ ਆਪਣੇ ਨਾਲੋਂ ਕਿਤੇ ਵੱਧ ਗਿਣਤੀ ਨੂੰ ਮਾਰ ਕੇ ਇਹ 20 ਸਿੰਘ ਸ਼ਹੀਦ ਹੋ ਗਏ। ਰਾਮੇ ਚੌਧਰੀ ਨੇ ਇਹਨਾਂ ਦੇ ਸਿਰ ਵੱਢ ਕੇ ਲਾਹੌਰ ਪਹੁੰਚਾਏ ਤੇ ਇਨਾਮ ਲੈ ਲਿਆ।
ਜ਼ਕਰੀਆ ਖਾਨ ਵੀ ਸਿੰਘਾਂ ਨੂੰ ਦਬਾਉਣ 'ਚ ਅਸਫਲ। ਭਾਈ ਤਾਰਾ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਕਈ ਸਾਲਾਂ ਤੱਕ ਇਹ ਰਾਜ ਰੌਲਾ ਮਚਿਆ ਰਿਹਾ। ਗਸ਼ਤੀ ਫੌਜ ਸਿੰਘਾਂ ਨੂੰ ਦਬਾਉਣ ਵਿੱਚ ਸਫਲ ਨਾ ਹੋ ਸਕੀ। ਇਸ ਰਾਮ ਰੌਲੇ ਨੇ ਰੁਕਣਾ ਕੀ ਸੀ, ਉਲਟਾ ਵੱਧਦਾ ਹੀ ਗਿਆ। ਸਿੰਘਾਂ ਨੂੰ ਸਰਕਾਰੀ ਮਾਲ ਅਸਬਾਬ ਤੇ ਖਜ਼ਾਨਿਆਂ ਦੀ ਲੁੱਟਮਾਰ ਕਰਦਿਆਂ ਨੂੰ ਵੇਖ ਕੇ ਸਾਰੇ ਮੁਲਕ ਦੇ ਲੁਟੇਰੇ, ਕੀ ਹਿੰਦੀ ਕੀ ਮੁਸਲਮਾਨ, ਇੱਕ ਦੂਸਰੇ ਨੂੰ ਲੁੱਟਣ ਉੱਠ ਪਏ। ਸਾਰੇ ਪੰਜਾਬ ਤੇ ਮਾਲਵੇ ਵਿੱਚ ਦਿਨ ਰਾਤ ਬੰਦੂਕਾਂ ਚੱਲਦੀਆਂ ਤੇ ਠਾਹ ਹੁੰਦੀ ਰਹਿੰਦੀ। ਪਸ਼ੂ ਡੰਗਰ, ਘਰੇਲੂ ਚੀਜ਼ ਵਸਤ, ਖੇਤ ਫਸਲ, ਤੀਵੀਂ ਮੁੰਡਾ ਕੁੜੀ ਕਿਸੇ ਦਾ ਸੁਰੱਖਿਅਤ ਨਾ ਰਿਹਾ। ਰਾਤ ਦਿਨ ਕਟਕ ਪਏ ਚੜ੍ਹਨ। ਛੋਟੇ ਪਿੰਡ ਉਜੜ ਗਏ, ਬਾਹਰੀ ਕੋਈ ਦੀਵਾ ਬਣ ਲੱਗਾ। ਜਿਹੜੇ ਪਿੰਡ ਬਚੇ ਰਹੇ ਉਹਨਾਂ ਦੇ ਚੁਫੇਰੇ ਕੋਟ ਖਾਈ ਦਰਵਾਜ਼ੇ ਬੁਰਜ ਬਣ ਗਏ। ਬੁਰਜਾਂ ਉੱਤੇ ਟਮਕ ਜਾਂ ਢੋਲ ਨਗਾਰੇ ਰੱਖੇ ਹੁੰਦੇ। ਵਾਰੀ ਸਿਰ ਪਿੰਡਾਂ ਦੇ ਲੋਕ ਬੁਰਜਾਂ ਜਾਂ ਉੱਚੇ ਉੱਚੇ ਰੁੱਖਾਂ ਦੇ ਟਾਂਗੂ ਬੈਠੇ ਰਹਿੰਦੇ। ਜਦ ਕਿਸੇ ਪਾਸਿਓਂ ਕਟਕ ਆਉਣ ਦੀ ਧੂੜ ਗਰਦ ਦਿਸਦੀ, ਟਾਂਗੂ ਟਮਕ ਤੇ ਚੋਟ ਲਾ ਦਿੰਦੇ, ਜਿਸ ਨੂੰ ਸੁਣ ਕੇ ਲੋਕ ਬੰਦੂਕਾਂ, ਤੀਰ ਕਮਾਨ, ਗੋਪੀਏ, ਨੇਜ਼ੇ, ਬਰਸ਼ੇ, ਤਲਵਾਰਾਂ ਤੇ ਇੱਟ ਵੱਟਾ ਲੈ ਕੇ ਬਾਹਰੀ ਕੋਟ ਉੱਤੇ ਬਣੇ ਮੋਰਚਿਆਂ ਵਿੱਚ ਜਾ ਬੈਠਦੇ। ਧਾੜ ਵੀ ਜਦ ਲਾਗੇ ਢੁਕਦੇ ਤਾਂ ਮੋਰਚਿਆਂ ਵਾਲੇ ਆਪਣੇ ਹਥਿਆਰਾਂ ਨਾਲ ਵਾਰ ਕਰਦੇ ਤੇ ਜੇ ਜ਼ੋਰ ਪੈ ਜਾਂਦਾ ਤਾਂ ਕਟਕ ਵਾਲੇ ਮਾਰ ਖਾ ਕੇ ਪਿਛਾਂਹ ਹਟ ਜਾਂਦੇ। ਜਿੱਥੇ ਧਾੜਵੀਆਂ ਦਾ ਬਲ ਪੈ ਜਾਂਦਾ ਉਹ ਮੋਰਚੇ ਤੋੜ ਕੇ ਪਿੰਡ ਦੇ ਅੰਦਰ ਜਾ ਵੜਦੇ। ਕਈ ਆਦਮੀ ਮਾਰੇ ਜਾਂਦੇ, ਜੋ ਜਿਸ ਦੇ ਹੱਥ ਆਉਂਦਾ ਲੈ ਕੇ ਰਾਹ ਪੈਂਦਾ। ਕਈ ਵਾਰ ਅੱਗ ਲਾ ਕੇ ਪਿੰਡ ਹੀ ਸਾੜ ਦਿੱਤਾ ਜਾਂਦਾ। ਕਈ ਥਾਈਂ ਇੰਜ ਵੀ ਹੁੰਦਾ ਕਿ ਆਪਣੀ ਜਾਨ ਮਾਲ ਤੇ ਇੱਜ਼ਤ ਆਬਰੂ ਨੂੰ ਬਚਾ ਲੈਣ ਲਈ ਪਿੰਡ ਦੇ ਬਹਾਦਰ ਲੋਕ ਢੋਲ ਵਜਾ ਕੇ ਪਿੰਡੋਂ ਬਾਹਰ ਨਿਕਲ ਕੇ ਕਟਕ ਤੇ ਟੁੱਟ ਪੈਂਦੇ। ਮਾਰੋ ਮਾਰ ਕਰਕੇ ਕਟਕ ਨੂੰ ਹੀ ਲੁੱਟ ਲੈਂਦੇ। ਜੋ ਕਾਬੂ ਆਉਂਦਾ ਮਾਰ ਮਕਾਉਂਦੇ ਜਾਂ ਲੱਤਾਂ ਬਾਹਾਂ ਭੰਨ ਕੇ ਥਾਣੇ ਵਿੱਚ ਜਾ ਸੁੱਟਦੇ। ਦਿਨ ਰਾਤ ਡਾਕੇ, ਧਾੜੇ, ਖੂਨ ਹੁੰਦੇ ਰਹਿੰਦੇ। ਇਹ ਮੰਦੀ ਹਾਲਤ ਦੀ ਰੋਕਥਾਮ ਤੇ ਬੰਦੋਬਸਤ ਕਰ ਲੈਣਾ ਕਿਸੇ ਹਾਕਮ ਦੇ ਵੱਸ ਦੀ ਗੱਲ ਨਹੀਂ ਸੀ। ਦਿਨ ਛਿਪਦੇ ਸਾਰ ਪਿੰਡਾਂ ਦੇ ਦਰਵਾਜ਼ੇ ਲੱਗ ਜਾਂਦੇ ਤੇ 4 ਘੜੀ ਦਿਨ ਚੜੇ ਖੁੱਲ੍ਹਦੇ। ਘਰੋਂ ਬਾਹਰ ਕਿਸੇ ਦੀ ਵੀ ਆਸ ਨਾ ਰਹਿੰਦੀ ਕਿ ਭੌਂਕੇ ਜਿਉਂਦਾ ਘਰ ਪਰਤ ਸਕੂ। ਬਾਹਰ ਚਰਨ ਗਿਆ ਮਾਲ ਜੇ ਸਹੀ ਸਲਾਮਤ ਵਾਪਸ ਘਰ ਆ ਜਾਂਦਾ ਤਾਂ ਆਪਣਾ ਸਮਝ ਲਿਆ ਜਾਂਦਾ। ਇਸੇ ਤਰ੍ਹਾਂ ਔਰਤਾਂ, ਮੁੰਡੇ, ਕੁੜੀਆਂ ਦਾ ਹਾਲ ਸੀ। ਜੋ ਜਿਸ ਦੇ ਹੱਥ ਆਇਆ ਸੋਈ ਲੈ ਕੇ ਉੜਨ ਸ਼ੁਰੂ ਹੋ ਗਿਆ। ਬਾਹਰੋਂ ਗਊਆਂ ਮੱਝਾਂ ਨੂੰ ਕਟਕ ਲੈ ਜਾਂਦਾ। ਘਰ ਕਟਰੂ ਵਛੜੂ ਅਰੜਾ ਕੇ ਮਰ ਜਾਂਦੇ। ਕਈ ਵਾਰ ਬਾਹਰ ਹਾਲੀਆਂ ਪਾਲੀਆਂ ਨੂੰ ਨਰੜ ਕੇ ਸੁੱਟ ਜਾਂਦੇ ਤੇ ਲੀੜਾ ਕੱਪੜਾ ਉਤਾਰ ਮਾਲ ਡੰਗਰ ਹਿੱਕ ਕੇ ਲੈ ਜਾਂਦੇ। ਜਿਹੜੇ ਲੋਕ ਜ਼ੋਰ ਇਤਫਾਕ ਵਾਲੇ ਤੇ ਮਾਰਖੋਰੇ ਸਨ ਉਹਨਾਂ ਦਾ ਸਾਹ ਸੌਖਾ ਨਿਕਲਦਾ ਸੀ, ਦੂਸਰਿਆਂ ਦਾ ਮੂਲੋਂ ਮੰਦਾ ਹਾਲ। ਫਿਰ ਵੀ ਇੱਕ ਗੱਲ ਚੰਗੀ ਸੀ ਕਿ ਆਪਣੇ ਆਪਣੇ ਪਿੰਡ ਵਿੱਚ ਲੋਕ ਇੱਕ ਦੂਸਰੇ ਦੇ ਸਹਾਈ ਤੇ ਰਾਖੇ ਸਨ। ਕੋਈ ਕਿਸੇ ਨੂੰ ਨਾ ਛੇੜਦਾ। ਆਪਣੇ ਘਰੋਗੀ ਮਾਮਲੇ ਵਡੇਰਿਆਂ ਤੇ ਸਿਆਣਿਆਂ ਬਜ਼ੁਰਗਾਂ ਦੀ ਸਿਆਣਪ ਰਾਹੀਂ ਨਜਿੱਠ ਲੈਂਦੇ। ਬਾਹਰਲੇ ਦੁਸ਼ਮਣ ਲਈ ਸਾਰੇ ਇਕੱਠੇ ਹੋ ਜਾਂਦੇ ਸਨ ਤੇ ਇੱਕ ਦੂਜੇ ਨਾਲੋਂ ਅੱਗੇ ਵੱਧ ਕੇ ਆਪਸੀ ਰਾਖੀ ਵਾਸਤੇ ਮਾਰਦੇ ਤੇ ਖਾਂਦੇ। ਧਾੜੇ ਮਾਰਨ ਵਾਲੇ ਝੁੰਡ ਨੂੰ ਲੋਕ ਧਾੜ, ਪੈੜਾ, ਕਟਕ ਨਾਮ ਨਾਲ ਪੁਕਾਰਦੇ ਹੁੰਦੇ ਸਨ। ਇਸ ਰਾਜਗਰਦੀ ਦਾ ਮੁੱਢ ਔਰੰਗਜ਼ੇਬ ਦੇ ਰਾਜਕਾਲ ਸਮੇਂ ਬੱਝਾ ਸੀ। ਇਸ ਮੁਤਸਬੀ ਤੇ ਜਨੂਨੀ ਬਾਦਸ਼ਾਹ ਦੇ ਸਤਾਏ ਹੋਏ ਲੋਕ ਅੰਦਰੋਂ ਅੰਦਰੀ ਲੂੜੀਆਂ ਲੈ ਰਹੇ ਸਨ। ਦੱਖਣ ਵਿੱਚ ਮਰਹੱਟੇ, ਜੱਬਲਪੁਰ, ਗਵਾਲੀਅਰ ਆਦਿ ਥਾਵਾਂ ਦੇ ਭੰਡਾਰੇ, ਬੰਗਾਲ, ਬਿਹਾਰ, ਅਵਧ ਵਿੱਚ ਡੱਕ, ਪੰਜਾਬ ਵਿੱਚ ਸਿੱਖ ਸ਼ਸਤਰ ਚੁੱਕ ਕੇ ਮੁਗਲ ਰਾਜ ਦੇ ਵਿਰੁੱਧ ਉੱਠ ਖੜੇ ਹੋਏ। ਜਿਉਂ-ਜਿਉਂ ਇਹ ਜ਼ੁਲਮ ਵਧਿਆ, ਵਿਦਰੋਹ ਤੇਜ਼ ਹੁੰਦਾ ਗਿਆ। ਸਭ ਤੋਂ ਜ਼ਿਆਦਾ ਸਖਤੀ ਤੇ ਅਤਿਆਚਾਰ ਸਿੱਖਾਂ ਤੇ ਹੋਇਆ। ਇਸੇ ਲਈ ਪੰਜਾਬ ਵਿੱਚ ਹੀ ਸਭ ਤੋਂ ਵੱਡੇ ਸਾਕੇ ਹੋਏ। ਮੁਗਲਾਂ ਵਿੱਚ ਇੰਨਾ ਸਾਹ ਸੱਤ ਨਹੀਂ ਸੀ ਰਹਿ ਗਿਆ ਕਿ ਇਹਨਾਂ ਦਾ ਮੁਕਾਬਲਾ ਕਰ ਸਕਦੇ। ਰਾਜ ਸਿਮਟ ਕੇ ਦਿੱਲੀ ਦੇ ਲਾਲ ਕਿਲੇ ਦੀਆਂ ਦੀਵਾਰਾਂ ਤੱਕ ਰਹਿ ਗਿਆ ਸੀ। ਸਾਰਾ ਦੇਸ਼ ਲੁਟੇਰਿਆਂ, ਧਾੜਵੀਆਂ ਦੇ ਰਹਿਮ ਤਰਸ ਤੇ ਸੀ। ਇਹ ਲਹਿਰਾਂ ਮੁਗਲ ਰਾਜ ਦਾ ਭੋਗ ਪਾ ਕੇ ਹਟੀਆਂ। ਨਾਦਰ ਸ਼ਾਹ ਤੇ ਫਿਰ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਹੁੰਦੇ ਰਹੇ ਤਾਂ ਵੀ ਇਹ ਲੁਟੇਰਿਆਂ ਦਾ ਗਦਰ ਬਣਿਆ ਰਿਹਾ। ਔਰੰਗਜ਼ੇਬ ਦੇ ਮਰਨ ਤੋਂ 60 ਸਾਲ ਬਾਅਦ ਤੱਕ ਇਹ ਰਾਮ ਰੌਲਾ ਉਸੇ ਤਰ੍ਹਾਂ ਚੱਲਦਾ ਰਿਹਾ। ਲੋਟੂਆਂ, ਧਾੜੂਆਂ ਦੇ ਖੂਬ ਦਾਅ ਫੱਬਦੇ ਰਹੇ। ਇਹਨਾਂ ਨੂੰ ਪੰਜਾਬ ਵਿੱਚ ਉਦੋਂ ਨੱਥ ਪਈ
ਜਦ ਮੁਗਲ ਰਾਜ ਨੂੰ ਖਤਮ ਕਰਕੇ ਸਿੱਖ ਮਿਸਲਾਂ ਨੇ ਇਲਾਕੇ ਮੱਲ ਲਏ ਤੇ ਆਪਣਾ ਆਪਣਾ ਬੰਦੋਬਸਤ ਕਾਇਮ ਕਰ ਲਿਆ। ਇਹੋ ਨਿੱਕੇ ਨਿੱਕੇ ਰਾਜ ਰਲ ਕੇ ਫਿਰ ਸਿੱਖ ਰਾਜ ਬਣਿਆ। ਪਿਛਲੇ 60 ਕੁ ਸਾਲਾਂ ਵਿੱਚ ਜੋ ਹਜ਼ਾਰਾਂ ਪਿੰਡ ਉਜੜ ਗਏ ਸਨ, ਮੁੜ ਆਣ ਵਸੇ ਤੇ ਪੰਜਾਬ ਵਿੱਚ ਪੂਰੀ ਤਰ੍ਹਾਂ ਅਮਨ ਚੈਨ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤਾਂ ਬੇਸ਼ੱਕ ਕੋਈ ਜਨਾਨੀ ਛੱਜੀ ਗਹਿਣਾ ਪਾ ਕੇ ਕਿਤੇ ਤੁਰੀ ਫਿਰੇ, ਕੀ ਮਜ਼ਾਲ ਕੋਈ ਅੱਖ ਭਰ ਕੇ ਵੀ ਵੇਖ ਸਕੇ। ਸ਼ੇਰ ਬੱਕਰੀ ਇੱਕ ਘਾਟ ਪਾਣੀ ਪੀਂਦੇ ਸਨ। ਜਦ ਮਿਸਲਾਂ ਨੇ ਇਲਾਕੇ ਮਾਰੇ ਤਾਂ ਸਭ ਤੋਂ ਪਹਿਲਾਂ ਉਹਨਾਂ ਲੁਟੇਰਿਆਂ ਨੂੰ ਹੀ ਨੱਥ ਪਾਈ ਸੀ। ਪਚਾਦੇ, ਭੱਟੀ, ਡੋਗਰ, ਬਲੋਚ, ਓਡ, ਖਰਲ, ਬੈਰਾੜ ਆਦਿ ਐਸੇ ਸਿੱਧੇ ਕੀਤੇ ਕਿ ਉੱਚੀ ਸਾਹ ਨਾ ਲੈਣ। ਪੰਜਾਬ ਵਿੱਚ ਇਸ ਤੋਂ ਪਹਿਲਾਂ ਜਿਉਂ-ਜਿਉਂ ਮੁਸਲਮਾਨ ਹਾਕਮ ਸਿੱਖਾਂ ਉੱਤੇ ਜ਼ੁਲਮ ਕਰਦੇ ਰਹੇ, ਉਹਨਾਂ ਦੇ ਮੁਕਾਬਲੇ ਵਿੱਚ ਸਿੱਖ ਲਹਿਰ ਓਨੀ ਹੀ ਤਿੱਖੀ ਤੋਂ ਵੀ ਤਿੱਖੀ ਹੁੰਦੀ ਗਈ ਤੇ ਰਾਮ ਰੌਲਾ ਵੱਧਦਾ ਗਿਆ। ਫੌਜ ਤਾਂ ਸਿੰਘਾਂ ਨਾਲ ਉਲਝੀ ਹੋਈ ਸੀ, ਜਿਸ ਕਰਕੇ ਲੁਟੇਰਿਆਂ ਲਈ ਮੈਦਾਨ ਖੁੱਲ੍ਹਾ ਸੀ ਤੇ ਉਹਨਾਂ ਦੇ ਪੌਂ 12 ਸਨ। ਲੁਟੇਰਿਆਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ, ਨਾ ਹੀ ਉਹਨਾਂ ਦਾ ਕੋਈ ਧਾਰਮਿਕ ਜਾਂ ਰਾਜਸੀ ਨਿਸ਼ਾਨਾ ਹੁੰਦਾ। ਉਹਨਾਂ ਦਾ ਇੱਕੋ ਪ੍ਰਮੁੱਖ ਉਦੇਸ਼ ਜ਼ਿਆਦਾ ਤੋਂ ਜ਼ਿਆਦਾ ਧਨ ਦੌਲਤ ਦਾ ਇਕੱਠਾ ਕਰਨਾ ਹੁੰਦਾ ਹੈ, ਜਿਸ ਲਈ ਉਹ ਕਿਸੇ ਨੂੰ ਮਾਰਨਾ, ਲੁੱਟਣਾ, ਬੇਪਤ ਕਰਨਾ, ਘਰ ਤੇ ਫਸਲ ਫੂਕਣਾ, ਮਾਲ ਡੰਗਰ ਹੱਕ ਕੇ ਲੈ ਜਾਣ ਨੂੰ ਆਪਣੀ ਕਾਰਵਾਈ ਦਾ ਅੰਗ ਸਮਝਦੇ ਹਨ। ਉਹਨਾਂ ਦੀ ਨਿਗਾਹ ਵਿੱਚ ਇਹ ਬੇਇਨਸਾਫੀ ਨਹੀਂ ਹੁੰਦੀ। ਲੋਕਾਂ ਦੇ ਤਰਲੇ ਵਾਸਤੇ ਹਾਹਾਕਾਰ, ਬੌੜੀ ਦੁਹਾਈ ਉਹਨਾਂ ਪੱਥਰ ਦਿਲਾਂ ਤੇ ਕੋਈ ਅਸਰ ਨਾ ਕਰਦੀ। ਮਾਲ ਧਨ ਇਕੱਠਾ ਕਰਨ ਵਿੱਚ ਉਹ ਬੜੇ ਬੜੇ ਜ਼ੁਲਮ ਤੇ ਕਹਿਰ ਕਮਾਉਣੋਂ ਨਾ ਝਿਜਕਦੇ। ਬੰਦਾ ਸਿੰਘ ਬਹਾਦਰ ਸਮੇਂ ਬਹੁਤ ਸਾਰੇ ਲੁਟੇਰੇ ਤੇ ਚਰਿੱਤਰਹੀਣ ਲੋਕ ਉਸ ਦੀਆਂ ਫੌਜਾਂ ਵਿੱਚ ਸ਼ਾਮਲ ਹੋ ਗਏ ਸਨ। ਉਸ ਪਾਸ ਹਕੂਮਤ ਚਲਾਉਣ ਲਈ ਕੋਈ ਢੁਕਵਾਂ ਤੇ ਯੋਗ ਕੇਡਰ ਅਮਲਾ ਨਫਰੀ ਨਹੀਂ ਸੀ। ਇਹ ਲੋਕ ਖੂਬ ਖੁੱਲ੍ਹ ਖੇਡੇ, ਲੋਕਾਂ ਤੇ ਬੜੇ ਅਤਿਆਚਾਰ ਕੀਤੇ। ਬੜੀ ਵੱਡੀ ਪੱਧਰ ਤੇ ਲੋਕਾਂ ਦੀ ਲੁੱਟ ਖਸੁੱਟ ਹੋਈ। ਸਿੱਖ ਇਸ ਦੇ ਬਿਲਕੁਲ ਬਰਖਿਲਾਫ ਸਨ, ਪਰ ਉਹ ਲੁਟੇਰਿਆਂ ਨੂੰ ਨੱਥ ਨਾ ਪਾ ਸਕੇ। ਇਹਨਾਂ ਨੇ ਜੋ ਵੀ ਬੁਰੇ ਤੋਂ ਬੁਰਾ ਕਰਮ ਕੀਤਾ, ਸਭ ਬੰਦਾ ਸਿੰਘ ਤੇ ਉਸ ਦੇ ਸਾਥੀ ਸਿੰਘਾਂ ਦੇ ਨਾਂ ਵਰਿਆ। ਲਹਿਰ ਬਦਨਾਮ ਹੋਈ। ਬੰਦਾ ਸਿੰਘ ਦੇ ਸਾਰੇ ਚੰਗੇ ਕੰਮਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ। ਸਿੱਖ ਆਮ ਮੁਸਲਮਾਨ ਵਸੋਂ ਨੂੰ ਕੁਝ ਨਹੀਂ ਸਨ ਕਹਿੰਦੇ, ਪਰ ਸਰਕਾਰ ਤੇ ਮੁਲਾਣਿਆਂ ਨੇ ਬੜੀ ਚਲਾਕੀ ਨਾਲ ਸਿੰਘ ਲਹਿਰ, ਜੋ ਮੁਗਲ ਰਾਜ ਦੇ ਜ਼ੁਲਮ ਖਿਲਾਫ ਲੜ ਰਹੀ ਸੀ ਤੇ ਜ਼ੁਲਮੀ ਚੱਕੀ ਵਿੱਚ ਮੁਸਲਮਾਨ ਆਬਾਦੀ ਵੀ ਬਰਾਬਰ ਦੀ ਪੀਸੀ ਜਾ ਰਹੀ ਸੀ, ਨੂੰ ਮੁਸਲਮਾਨ ਵਿਰੋਧੀ ਬਣਾ ਕੇ ਰੱਖ ਦਿੱਤਾ। ਆਮ ਲੋਕੀ ਜੋ ਸਰਕਾਰ ਦੇ ਸਤਾਏ ਹੋਏ ਤੇ ਨਿਰਪੱਖ ਸਨ, ਗਲਤ ਪ੍ਰਚਾਰ ਦਾ ਸ਼ਿਕਾਰ ਹੋ ਕੇ ਜਹਾਦ ਲਈ ਉੱਠ ਖੜੇ ਹੋਏ ਤੇ ਗਾਜ਼ੀ ਬਣ ਸਿੱਖਾਂ ਵਿਰੁੱਧ ਲੜਨ ਲੱਗੇ। ਅਸਲ ਵਿੱਚ ਇਹ ਲੋਕ ਇੰਨੇ ਅੰਨੇ ਕੀਤੇ ਹੋਏ ਸਨ ਕਿ ਉਹਨਾਂ ਨੂੰ ਉਦੋਂ ਵੀ ਸਮਝ ਨਾ ਆਈ ਜਦ ਉਹਨਾਂ ਅੱਖੀਂ ਵੇਖ ਲਿਆ ਸੀ ਕਿ ਜਿਨ੍ਹਾਂ ਦੇ ਖਿਲਾਫ ਉਹ ਲੜ ਰਹੇ ਹਨ, ਉਹ ਸਮਰੱਥਾ ਵਿੱਚ ਹੁੰਦੇ ਹੋਏ ਵੀ ਮੁਸਲਮਾਨ ਵਸੋਂ ਨੂੰ ਕੁਝ ਨਹੀਂ ਸਨ ਕਹਿੰਦੇ। ਪਰ ਬੁਰਾ ਹੋਵੇ ਲੁਟੇਰਿਆਂ ਦਾ, ਜਿਨ੍ਹਾਂ ਇਹ ਜ਼ੁਲਮ ਵਰਤਾਇਆ, ਤੇ ਨਾਲ ਹੀ ਲਾਹਨਤ ਇਹਨਾਂ ਜਨੂਨੀ ਮੁਲਾਣਿਆਂ ਤੇ ਜਿਨ੍ਹਾਂ ਸਧਾਰਨ ਤੇ ਮਾਸੂਮ ਮੁਸਲਮਾਨਾਂ ਦੀ ਨਜ਼ਰ ਤੇ ਸੋਚ ਨੂੰ ਧੁੰਦਲਾ ਕਰ ਛੱਡਿਆ। ਜ਼ਕਰੀਆ ਖਾਨ ਦੇ ਸਮੇਂ ਵੀ ਲੁਟੇਰਿਆਂ ਇਹੋ ਗੁਲ ਖਿਲਾਏ। ਇਹਨਾਂ ਵਹਿਸ਼ੀ ਡਾਕੂਆਂ ਲੋਟੂਆਂ ਦੇ ਕਾਲੇ ਕਾਰਨਾਮੇ ਸਿੱਖਾਂ ਦੇ ਮੱਥੇ ਵੱਜੇ। ਮੁਲਕ ਵਿੱਚ ਫੈਲੀ ਹਨੇਰਗਰਦੀ ਜੋ ਸਿੱਖਾਂ ਸਿਰ ਲੱਗੀ ਨੂੰ ਠੱਲ ਪਾਉਣ ਲਈ ਗਸ਼ਤੀ ਫੌਜ ਸਾਰਾ ਜ਼ੋਰ ਲਾ ਹਾਰ ਥੱਕੀ, ਪਰ ਤਹਿ ਨਾ ਬਿਠਾ ਸਕੀ। ਸਰਕਾਰ ਨੇ ਸਿੱਖਾਂ ਨਾਲ ਵਧੀਕੀਆਂ ਕਰਕੇ ਇਹ ਬਿਪਤਾ ਆਪ ਸਹੇੜੀ ਸੀ। ਸਿੱਖ ਨਾ ਹਥਿਆਰ ਚੁੱਕਦੇ ਤਾਂ ਲੁਟੇਰਿਆਂ ਨੂੰ ਵੀ ਮੌਕਾ ਹੱਥ ਨਾ ਆਉਂਦਾ। ਹਕੀਕਤ ਨੂੰ ਸਮਝਣ ਦੀ ਥਾਂ ਖਾਨ ਬਹਾਦਰ ਨੇ ਹੈਂਕੜਵਸ ਹੋ ਕੇ ਸਿੱਖਾਂ ਨੂੰ ਹੀ ਮਾਰ ਮਕਾਉਣ ਲਈ ਲੱਕ ਬੰਨ੍ਹ ਲਿਆ। ਉਸ ਨੂੰ ਇਹ ਭਰਮ ਸੀ ਕਿ ਮੁਗਲ ਰਾਜ ਬਹੁਤ ਵਿਸ਼ਾਲ ਤੇ ਸ਼ਕਤੀਸ਼ਾਲੀ ਹੈ। ਇਹ ਸਿੱਖ ਕੌਣ ਵਿਚਾਰੇ ਹਨ ਜੋ ਸਾਡੇ ਮੂੰਹ ਆਉਣ। ਜਦ ਗਸ਼ਤੀ ਫੌਜ ਘੱਟਾ ਛਾਣ ਕੇ ਰਹਿ ਗਈ ਤਾਂ ਉਸ ਨੇ ਇੱਕ ਹੋਰ ਚਾਲ ਚੱਲੀ। ਸਿੱਖਾਂ ਦੀ ਸਦਾ ਲਈ ਕਤਲੇਆਮ ਦਾ ਹੁਕਮ ਤਾਂ ਬਾਦਸ਼ਾਹ ਬਹਾਦਰ ਸ਼ਾਹ ਹੀ ਦਸੰਬਰ 1710 ਈਸਵੀ ਵਿੱਚ ਜਾਰੀ ਕਰ ਗਿਆ ਸੀ। ਕਤਲਾਮ ਤਾਂ ਉਦੋਂ ਦੀ ਹੀ ਜਾਰੀ ਸੀ, ਪਰ ਕਈ ਹਾਕਮਾਂ ਨੇ ਸਮੇਂ-ਸਮੇਂ ਇਸ ਉੱਤੇ ਜ਼ਿਆਦਾ ਸਖਤੀ ਨਾਲ ਕਾਰਵਾਈ ਕੀਤੀ। ਸਭ ਤੋਂ ਜ਼ਿਆਦਾ ਤੁਖਣਾ ਮੁਲਾਣੇ ਹਾਕਮਾਂ ਨੂੰ ਦਿੰਦੇ ਸਨ ਕਿ ਮੁਸਲਮਾਨੀ ਰਾਜ ਤਾਂ ਸਦੀਵੀਂ ਕਾਇਮ ਰਹਿ ਸਕਦਾ ਜੇ ਸਿੱਖ ਮਾਰ ਮੁਕਾਏ ਜਾਣ।
ਪੱਥਰ ਦਿਲ ਤੇ ਖਰ ਦਿਮਾਗ ਸ਼ੈਤਾਨੀ ਨਸਲ ਮੁਲਾਣਿਆਂ ਨੇ ਸਿੱਖਾਂ ਦੀ ਮੌਤ ਨਾਲ ਇਸਲਾਮ ਦੀ ਸੇਵਾ ਤੇ ਸਵਾਬ ਦੇ ਝਾਂਸੇ ਦੀ ਕੁੰਡੀ ਹਰ ਮੁਸਲਮਾਨ ਦੇ ਸੰਗ ਵਿੱਚ ਬੁਰੀ ਤਰ੍ਹਾਂ ਫਸਾਈ ਹੋਈ ਸੀ, ਜਿਸ ਤੋਂ ਉਹ ਛੁਟਕਾਰਾ ਪਾ ਹੀ ਨਹੀਂ ਸਨ ਸਕਦੇ। ਹਾਕਮਾਂ ਲਈ ਇਹ ਲਾਲਚ ਤੇ ਝੂਠਾ ਵਾਅਦਾ ਖੁਰਮੇ ਨਾਲੇ ਸਵਾਬ ਮੱਤ ਮਾਰਨ ਵਾਲਾ ਐਸਾ ਨਸ਼ਾ ਸੀ ਜਿਸ ਦਾ ਤੋੜ ਹੀ ਕੋਈ ਨਹੀਂ। ਦਿਮਾਗਾਂ ਨੂੰ ਜੋ ਜੰਦਰੇ ਸਦੀਵੀ ਤੌਰ ਤੇ ਵੱਜ ਚੁੱਕੇ ਸਨ, ਉਹਨਾਂ ਦੀਆਂ ਚਾਬੀਆਂ ਮੁਫਤੀਆਂ ਮੁਲਾਣਿਆਂ ਪਾਸ ਸਨ। ਨਾ ਉਹ ਦੇਣ ਤੇ ਨਾ ਇਹ ਖੋਲ੍ਹਣ। ਮੁਸਲਮਾਨ ਦੀ ਕੁਦਰਤੀ ਤੇ ਸੂਖਮ ਸੋਚ ਹਿਮਾਲਿਆ ਪਹਾੜ ਥੱਲੇ ਦਫਨ ਕਰ ਦਿੱਤੀ ਗਈ ਸੀ। ਜ਼ਕਰੀਆ ਖਾਨ ਸਚਾਈ ਤੱਕ ਕਿਵੇਂ ਪਹੁੰਚੇ? ਉਸਨੇ ਸਾਰੇ ਪੰਜਾਬ ਵਿੱਚ ਢੰਡੋਰੇ ਪਟਾ ਕੇ ਇੱਕ ਐਲਾਨ ਕੱਢਿਆ ਕਿ ਜੋ ਕਿਸੇ ਸਿੱਖ ਦੀ 10 ਪਾਵੇ ਉਸ ਨੂੰ 10 ਰੁਪਏ ਇਨਾਮ, ਜੋ ਪਕੜਾਵੇ ਉਸ ਨੂੰ 25 ਰੁਪਏ ਤੇ ਜੋ ਸਿਰ ਪੇਸ਼ ਕਰੇ ਉਸ ਨੂੰ 100 ਰੁਪਏ ਇਨਾਮ ਮਿਲੇਗਾ। ਸਿੱਖਾਂ ਦੀ ਅਲਖ ਮਕਾਉਣ ਵਿੱਚ ਜੋ ਵਧੇਰੇ ਸੇਵਾ ਕਰੇਗਾ ਉਸ ਨੂੰ ਜਾਗੀਰ ਵੀ ਦਿੱਤੀ ਜਾਵੇਗੀ। ਇਸ ਦਾ ਨਤੀਜਾ ਇਹ ਹੋਇਆ ਕਿ ਗਸ਼ਤੀ ਫੌਜ ਨਾਲ ਪਿੰਡਾਂ ਦੇ ਚੌਧਰੀ ਤੇ ਉਹਨਾਂ ਦੀਆਂ ਵਾਰਾਂ ਵੀ ਫਿਰਨ ਲੱਗ ਪਈਆਂ। ਇਹ ਸ਼ਿਕਾਰੀ ਕੁੱਤਿਆਂ ਵਾਂਗ ਸਿੰਘਾਂ ਦੀ ਭਾਲ ਪਿੱਛੇ ਫਿਰਨ ਲੱਗ ਪਏ। ਸਾਰਾ ਦੇਸ਼ ਉਜੜ ਗਿਆ। ਕੁਝ ਸਿੰਘਾਂ ਲੁੱਟ ਲਿਆ ਤੇ ਰਹਿੰਦਾ ਸ਼ਾਹੀ ਫੌਜਾਂ ਨੇ ਅਨੇਕਾਂ ਲੋਕ ਬੇਗਾਰ ਵਿੱਚ ਫੜੇ ਗਏ। ਕੋਈ ਸਿੱਖ ਕਿਸੇ ਪਿੰਡ ਵਿੱਚ ਨਾ ਰਿਹਾ। ਬਾਲ ਬੁੱਢਾ ਤੇ ਜਨਾਨੀਆਂ ਦਰਿਆ ਟਪਾ ਕੇ ਮਾਲਵੇ ਛੱਡ ਆਏ ਤੇ ਜਵਾਨ ਸਿੰਘ ਜਥੇ ਬਣਾ ਕੇ ਫਿਰਨ ਲੱਗ ਪਏ। ਸੈਂਕੜੇ ਸਿੰਘ ਚੁਗਲਾਂ ਨੇ ਫੜਾ ਦਿੱਤੇ, ਜੋ ਲਾਹੌਰ ਲੈ ਜਾ ਕੇ ਕਤਲ ਕੀਤੇ ਗਏ। ਕਈ ਦੁਸ਼ਟਾਂ ਨੇ ਹਿੰਦੂਆਂ ਦੀਆਂ ਲੜਕੀਆਂ ਦੇ ਸਿਰ ਕੱਟ ਕੇ ਵਾਲਾਂ ਤੋਂ ਫੜ ਕੇ ਸਿੱਖ ਮੁੰਡਿਆਂ ਦੇ ਸਿਰ ਦੱਸ ਕੇ ਦਰੋਗਿਆਂ ਨਾਲ ਮਿਲ ਮਿਲਾ ਕੇ ਇਨਾਮ ਲਏ। ਜਿਨ੍ਹਾਂ ਮੁਖਬਰਾਂ ਨੇ ਸਿੱਖਾਂ ਨੂੰ ਫੜਾ ਕੇ ਇਨਾਮ ਲਏ ਸਨ, ਉਹਨਾਂ ਨੂੰ ਰਾਠ ਸਿੰਘਾਂ ਨੇ ਫੜ ਕੇ ਸੋਧਿਆ। ਕੋਈ ਸ਼ੱਕ ਨਹੀਂ ਕਿ ਇਸ ਕਾਰਵਾਈ ਵਿੱਚ ਬਹੁਤ ਸਾਰੇ ਸਿੱਖ ਮਾਰੇ ਗਏ, ਪਰ ਉਹਨਾਂ ਆਪਣਾ ਹੱਠ ਤੇ ਸੁਭਾਅ ਨਾ ਛੱਡਿਆ। ਜਦ ਸਾਰੇ ਦੇਸ਼ ਦੀ ਫਸਲ ਵਾੜੀ ਤੇ ਮਾਲ ਡੰਗਰ ਬਰਬਾਦ ਹੋ ਗਏ ਤਾਂ ਲੋਕਾਂ ਪਾਸ ਸਰਕਾਰੀ ਮਾਮਲਾ ਤਾਰਨ ਨੂੰ ਧੇਲਾ ਵੀ ਨਾ ਰਿਹਾ। ਭੂਰਿਆਂ ਵਾਲੇ ਰਾਜੇ ਕੀਤੇ ਭਾਗ 29। ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।